ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਕਾਨੂੰਨ ਦੇ ਰੋਸ ਵਜੋਂ ਅਤੇ ਭਾਰਤੀ ਕਿਸਾਨਾਂ ਦੇ ਚੱਲ ਰਹੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਨੂੰ ਮੱਦੇਨਜ਼ਰ ਰੱਖਦੇ ਹੋਏ ਵੈਸਟਰਨ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਵੱਲੋਂ ਇੱਕ ਖਾਸ ਸਭਾ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਐਸੋਸੀਏਸ਼ਨ ਦੇ ਬੁਲਾਰਿਆਂ ਨੇ ਬੋਲਦਿਆਂ ਹੋਇਆਂ ਭਾਰਤ ਸਰਕਾਰ ਨੂੰ ਖੇਤੀ ਬਿੱਲ ਵਾਪਸ ਲੈਣ ਜਾਂ ਫਿਰ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਖੇਤੀ ਬਿੱਲ ਵਿੱਚ ਤਬਦੀਲ ਕਰਨ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਇਸ ਮੌਕੇ ਡਾਕਟਰ ਹਰਮੋਹਿੰਦਰ ਸਿੰਘ, ਸਤਿੰਦਰ ਸਿੰਘ ਸਮਰਾ, ਆਸਟ੍ਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ ਤੋਂ ਤਰੁਣਪ੍ਰੀਤ ਸਿੰਘ ਅਤੇ ਨਾਲ ਹੀ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਦੇ ਪ੍ਰਧਾਨ ਦੇਵਰਾਜ ਸਿੰਘ ਨੇ ਵੀ ਸ਼ਿਰਕਤ ਕੀਤੀ। This is not a political forum, no politics. We do not belong to any party. We are very neutral, and this forum is being held to support our brothers and sisters, our farming community in India. Our Gurbani says that Sikh must stand with the weaker section of the society who is being treated unfairly, and that's what we are doing here. We have drafted a letter, एक रोज पत्र ਅਸੀਂ ਲਿਖਿਆ ਹੈ ਜੋ ਕਿ ਸਿੱਖ ਐਸੋਸੀਏਸ਼ਨ ਤੇ ਇੰਡੀਅਨ ਸੁਸਾਇਟੀ ਆਫ ਵੈਸਟਰਨ ਆਸਟ੍ਰੇਲੀਆ, ਫਿਆਵਾ ਅਤੇ ਹੋਰ ਜੋ ਕਲੱਬ ਦੇ ਉਹਨਾਂ ਦੇ ਸਾਰੇ ਪ੍ਰਧਾਨ ਹਨ ਉਹ ਸਾਈਨ ਕਰਕੇ that letter we will be sending to CGI, Council General of India here in Perth, to be on forward to the Honourable High Commissioner of India in Canberra. ਸਰਕਾਰ ਇਹ ਕਹਿੰਦੀ ਹੈ, ਲੌਜਿਕ ਸਰਕਾਰ ਦਾ ਇਹ ਆ ਕਿ ਉਹ ਇਹ ਕਹਿੰਦੀ ਹੈ ਕਿ ਜਿਹੜੇ ਫਾਰਮਰਸ ਆ ਉਹਨਾਂ ਨੂੰ ਇਹਦਾ ਬਹੁਤ ਫਾਇਦਾ ਹੋਊਗਾ। ਉਹ ਕੀ ਆ ਕਿ ਵੀ ਉਹ ਆਪਦੀ ਜਿਹੜੀ ਫਸਲ ਆ ਜਾਂ ਪੈਦਾਵਾਰ ਆ ਉਹਨੂੰ ਉਹ ਸਟੋਰ ਕਰ ਲੈਣਗੇ ਤੇ ਜਦੋਂ ਭਾਅ ਮਹਿੰਗਾ ਹੋਊਗਾ ਜਾਂ ਜਿਵੇਂ ਆਫ ਸੀਜ਼ਨ ਹੁੰਦਾ ਉਦੋਂ ਉਹ ਵੇਚ ਲੈਣਗੇ ਤੇ ਉਹਨਾਂ ਨੂੰ ਭਾਅ ਵੱਧ ਮਿਲੂਗਾ ਤੇ ਉਹਨਾਂ ਦਾ ਜਿਹੜੀ ਆ ਪ੍ਰੋਫਿਟ ਵੱਧ ਜਾਊਗਾ। ਪਰ ਸਾਨੂੰ ਪਤਾ ਕਿਉਂਕਿ ਅਸੀਂ ਪੰਜਾਬ ਤੋਂ ਆਏ ਹਾਂ, ਖੇਤੀ ਪਰਿਵਾਰਾਂ ਦੇ ਵਿੱਚ ਸੰਬੰਧ ਆ ਸਾਡਾ ਕਿ ਜਦੋਂ ਵੀ ਅਸੀਂ ਤਾਂ ਹਾੜੀ ਸੋਣੀ ਆਈ ਚਲਾਈ ਚੱਲਦੀ ਆ ਤੇ ਜਦੋਂ ਬੰਦਾ ਕੋਈ ਵੀ ਜਿਹੜਾ ਕਿਸਾਨ ਆ ਚਾਹੇ ਸਮਾਲ ਆ ਚਾਹੇ ਮੀਡੀਅਮ ਆ, ਚਲੋ ਵੱਡੇ ਜਿਹੜੇ ਕਿਸਾਨ ਉਹ ਕਰ ਸਕਦੇ ਸਟੋਰੇਜ, ਪਰ ਜਿਹੜਾ ਸਮਾਲ ਤੋਂ ਮੀਡੀਅਮ ਕਿਸਾਨ ਆ ਉਹਨੂੰ ਹੁੰਦਾ ਵੀ ਜਦੋਂ ਫਸਲ ਵੱਢੀ ਗਈ ਤਾਂ ਮੈਂ ਵੇਚਾਂ ਤਾਂ ਕਿ ਮੈਨੂੰ ਪੈਸੇ ਮਿਲਣ, ਮੈਂ ਆਪਦੇ ਘਰ ਦੇ ਖਰਚੇ ਉਹ ਚਲਾਵਾਂ ਤੇ ਗਾਂਹਲੀ ਫਸਲ ਦਾ ਪ੍ਰਬੰਧ ਕਰਾਂ। ਹਾਂ, ਇਹਦੇ ਵਿੱਚ ਜਿਹੜਾ ਬੈਨੀਫਿਟ ਹੋਣਾ ਉਹ ਹੈਗਾ ਕੰਪਨੀਆਂ ਨੂੰ, ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਆ, ਜਿਹੜੀਆਂ ਕੰਪਨੀਆਂ ਜਿਹੜੀਆਂ ਕਿ ਸਰਕਾਰ ਚਾਹੁੰਦੀ ਹੈ ਕਿ ਉਹ ਇਨਵੈਸਟਮੈਂਟ ਕਰਨ, ਕਿਉਂਕਿ ਉਹਨਾਂ ਕੋਲ ਸਟੋਰੇਜ ਕਰਨ ਦੀ ਜਿਹੜੀ ਹੈ ਸਾਈਲੋਜ਼, ਜਿਹੜੀ ਆ ਆਪਣਾ ਕੋਲਡ ਸਟੋਰੇਜ ਜਾਂ ਜਿਹੜੀਆਂ ਹੋਰ ਜਿਹੜੀਆਂ ਸਟੋਰੇਜ ਦੀਆਂ ਫੈਸਿਲਿਟੀਜ਼ ਹੈਗੀਆਂ ਉਹ ਹੋਣਗੀਆਂ ਤੇ ਉਹ ਮਤਲਬ ਉਹਨੂੰ ਸਟੋਰ ਕਰ ਸਕਦੀਆਂ ਤੇ ਜਦੋਂ ਉਹ ਚਾਹਣ ਮਹਿੰਗੇ ਭਾਅ ਤੇ ਵੇਚ ਸਕਦੀਆਂ। ਇਸ ਕਾਨੂੰਨ ਵਿੱਚ ਜਿਹੜੀ ਪ੍ਰਾਈਵੇਟੇਸ਼ਨ ਦੀ ਗੱਲ ਕੀਤੀ ਆ, ਉਹ ਪ੍ਰਾਈਵੇਟੇਸ਼ਨ ਵਿੱਚ ਇਹ ਆ ਵੀ ਉਹਨਾਂ ਨੂੰ ਪਰਚੇਜ਼, ਸਟੋਰ ਕਰਨ ਤੇ ਡਿਸਟ੍ਰੀਬਿਊਟ ਕਰਨ ਦੀ ਜਦੋਂ ਉਹਨਾਂ ਕੋਲ ਅਥਾਰਟੀ ਆ ਜਾਂਦੀ ਆ, ਉਹਦੇ ਨਾਲ ਇਹ ਆਪਣੇ ਕਾਲੀ ਬਜ਼ਾਰੀ ਜਿਹਨੂੰ ਕਹਿੰਦੇ ਆ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਜੇ ਵੱਡੇ ਜਿਹੜੇ ਵਪਾਰੀ ਆ ਉਹਨਾਂ ਨੂੰ ਸਟੋਰ ਕਰ ਲੈਣਗੇ। ਪਹਿਲਾਂ ਤਾਂ ਇੱਥੇ FCI ਫੂਡ ਕਾਰਪੋਰੇਸ਼ਨ ਆਫ ਇੰਡੀਆ ਹੁੰਦੀ ਸੀ, ਉਹਨੂੰ ਇਹ ਖਤਮ ਕਰ ਰਿਹਾ ਹੈ। ਫੂਡ ਕਾਰਪੋਰੇਸ਼ਨ ਆਫ ਇੰਡੀਆ ਜਿਹੜੀ ਹੈ ਇਹ ਸੈਂਟਰਲ ਗਵਰਨਮੈਂਟ ਦੀ ਬੋਡੀ ਆ ਤੇ ਇਹ ਸਟੇਟਾਂ ਵਿੱਚੋਂ ਹਾੜੀ ਸੋਨੇ ਨੂੰ ਜੋ ਆਪਣਾ ਮਾਰਕੀਟਸ ਆਪਣਾ ਖਰੀਦਦੇ ਆ, ਫਸਲਾਂ ਖਰੀਦਦੇ ਆ। ਸੋ ਉਹਦੇ ਕਰਕੇ ਜੋ ਅੱਜ ਉੱਥੇ ਮਹਾਂਮਾਰੀ ਦੇ ਆਪਣੇ ਜੋ ਆ ਇੱਥੇ ਕਰੋਨਾ ਦੀ ਗੱਲ ਹੋਈ ਆ, ਉਹ ਫੂਡ ਕਾਰਪੋਰੇਸ਼ਨ ਦੇ ਵੱਖਰੇ ਸਟੋਰਾਂ ਚੋਂ ਹਜ਼ਾਰਾਂ ਲੋਕਾਂ ਨੂੰ, ਕਰੋੜਾਂ ਲੋਕਾਂ ਨੂੰ ਉਹਨਾਂ ਦੀ ਭੁੱਖਮਰੀ ਲਈ ਉਹਦੇ ਵਿੱਚੋਂ, ਕਿਉਂਕਿ ਸਰਕਾਰ ਦੇ ਪ੍ਰਬੰਧ ਵਿੱਚ ਸੀਗਾ ਤੇ ਉਹਨਾਂ ਲਈ ਲੋਕਾਂ ਨੂੰ ਭੁੱਖ ਤੋਂ ਬਚਾਇਆ ਗਿਆ, ਕਿਉਂਕਿ ਇਹ ਸਰਕਾਰ ਦੇ। ਸੋ ਇਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਜਿਹੜੀ ਇੰਡੀਅਨ ਗਵਰਨਮੈਂਟ ਖਤਮ ਕਰ ਰਹੀ ਆ, ਉਹਦਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਉਹਦਾ ਬਹੁਤ ਸਾਈਡ ਇਫੈਕਟ ਪਊਗਾ, ਬੈਡ ਇਫੈਕਟ ਪਊਗਾ ਗਰੀਬਾਂ ਦੇ, ਖਾਸ ਤੌਰ ਤੇ ਜਿਹੜੇ ਉਹਨਾਂ ਤੇ ਬੜੀ ਭੁੱਖਮਰੀ ਮਰ ਸਕਦੀ ਆ ਦੇਸ਼ ਵਿੱਚ। ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੀ ਨਹੀਂ ਮਿਲਦੀ ਕਿਸਾਨਾਂ ਨੂੰ, ਔਰ FCI ਦੀ ਜਿਹੜੀ ਕਪੈਸਿਟੀ ਹੈਗੀ ਹੈ ਉਹ ਹੈਗੀ ਹੈ 40 ਮਿਲੀਅਨ ਟਨਸ, ਲੇਕਿਨ 18-19 ਜੁਲਾਈ 2020 ਦੀ ਜਿਹੜੀ ਰਿਪੋਰਟ ਹੈ ਕਿ ਰਾਈਸ ਐਂਡ ਵੀਟ ਤੇ ਉਹਨਾਂ ਨੇ 74 ਮਿਲੀਅਨ ਟਨਸ ਪ੍ਰੋਕਿਊਰ ਕਰ ਲਈ, ਆਲਮੋਸਟ ਡਬਲ ਪ੍ਰੋਕਿਊਰ ਕਰ ਲਈ, ਰੱਖਣ ਦੀ ਥਾਂ ਨਹੀਂ ਹੈ। ਔਰ ਫਿਰ ਉਹ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਥੱਲੇ ਉਹ ਸਮਾਨ ਵੇਚਦੀ ਹੈ। ਪਹਿਲੇ ਤੇ ਕਿਸਾਨ ਨੂੰ ਨਹੀਂ ਮਿਲਦਾ ਉਹਦਾ ਮਿਨੀਮਮ ਸਪੋਰਟ ਪ੍ਰਾਈਸ, ਫਿਰ ਜਿਹੜਾ ਉਹਨਾਂ ਦਾ ਪ੍ਰਾਈਸ ਹੈ ਜਦੋਂ FCI ਆਪ ਵੇਚਦੀ ਹੈ ਉਹ ਫਿਰ ਸਟੇਟ ਗਵਰਨਮੈਂਟ ਨੂੰ ਵੇਚਦੀ ਹੈ, ਔਰ ਸਟੇਟ ਗਵਰਨਮੈਂਟ ਨੂੰ ਵੇਚਦੀ ਹੈ ਉਹ ਵੀ ਨਹੀਂ ਚੁੱਕਦੀ, ਫਿਰ ਸਸਤੇ 'ਚ ਵੇਚਦੀ ਹੈ। ਔਰ ਪਿਛਲੇ ਸਾਲ ਕੋਈ ਪ੍ਰਾਈਵੇਟ ਕਾਰਪੋਰੇਟ ਬਲਕ ਨੇ ਉਹ ਪਰਚੇਜ਼ ਨਹੀਂ ਕੀਤੀ। ਅੱਜ ਅਸੀਂ ਇੱਥੇ
ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਇਕੱਤਰ ਹੋਏ ਹਾਂ। ਕੋਈ ਸ਼ੱਕ ਨਹੀਂ ਕਿ ਸਾਡੇ ਵਿੱਚੋਂ ਬਹੁਤ ਹੀ ਕਿਸਾਨੀ ਪਰਿਵਾਰ ਨਾਲ ਜੁੜੇ ਹੈ ਤੇ ਬਾਕੀ ਦੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਕਿਸਾਨੀ ਨਾਲ ਸੰਬੰਧਿਤ ਹਨ, ਕਿਉਂਕਿ ਪੰਜਾਬ ਇੱਕ ਜ਼ਰਖੇਜ਼ ਧਰਤੀ ਹੈ ਤੇ ਪੰਜਾਬ ਦਾ ਮੁੱਖ ਪੇਸ਼ਾ ਹੀ ਖੇਤੀਬਾੜੀ ਹੈ। ਸੋ ਪੰਜਾਬ ਨੇ ਹੁਣ ਤੱਕ ਭਾਰਤ ਦੀ ਇਕੋਨਮੀ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਹੈ, ਭਾਰਤ ਦੇ ਅੰਨ ਭੰਡਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸ਼ਾਇਦ ਇਹੀ ਕਾਰਨ ਸੀਗਾ ਕਿ ਸਦੀਆਂ ਤੋਂ ਪੰਜਾਬ ਤੇ ਹਮਲੇ ਹੁੰਦੇ ਹੈ ਤੇ ਪੰਜਾਬ ਲੁੱਟ ਦਾ ਸ਼ਿਕਾਰ ਹੁੰਦਾ ਰਿਹਾ, ਕਿਉਂਕਿ ਲੁੱਟ ਉੱਥੇ ਹੀ ਹੁੰਦੀ ਆ ਜਿੱਥੇ ਕੁਛ ਹੋਵੇ ਤੇ ਲੁੱਟਣ ਵਾਲੇ ਵੱਖ-ਵੱਖ ਰੂਪਾਂ ਵਿੱਚ ਆਉਂਦੇ ਰਹੇ, ਕਿਤੇ ਧਾੜਵੀ ਬਣ ਕੇ, ਹਮਲਾਵਰ ਬਣ ਕੇ ਤੇ ਕਿਤੇ ਕੰਪਨੀਆਂ ਦੇ ਰੂਪ ਵਿੱਚ। ਜੇਕਰ ਅਸੀਂ ਆਪਣੇ ਇਤਿਹਾਸ ਵੱਲ ਝਾਤ ਮਾਰੀਏ ਤੇ ਸਾਨੂੰ ਇੱਕ ਅੰਦੋਲਨ ਦੀ ਯਾਦ ਆਉਂਦੀ ਹੈ। ਉਸ ਅੰਦੋਲਨ ਦਾ ਨਾਮ ਸੀ ਪਗੜੀ ਸੰਭਾਲ ਜੱਟਾ ਲਹਿਰ। ਜਦੋਂ ਆਪਣੀ ਕਿਸਾਨੀ ਇੱਕ ਸੀਮਾਂਤ ਕਿਸਾਨ ਜਿਹਨੂੰ ਸਾਡੇ ਯੂਪੀਐਲ ਕਹਿੰਦੇ ਆ ਵੀ ਛੋਟੇ ਲੈਵਲ ਤੇ ਆ ਗਈ, ਉਦੋਂ ਉਹਨੂੰ ਇਹ ਸੁਪਨੇ ਦਿਖਾਉਣੇ ਕਿ ਤੂੰ ਆਪਦਾ ਮਾਲ ਇੱਥੋਂ ਦਿੱਲੀ ਲਿਜਾ ਕੇ ਵੇਚ ਲਾ ਜਾਂ ਇੱਥੋਂ ਤੂੰ ਲਿਜਾ ਕੇ ਕਿਤੇ ਹੋਰ ਵੇਚ ਲਾ। ਜਿੱਥੇ ਆਪਾਂ ਬਿਹਾਰ ਦੀ ਗੱਲ ਕਰਦੇ ਸੀ, ਜੈਵੀ ਬਿੱਲ ਪਾਸ ਹੋਇਆ, ਬਿਹਾਰ ਤੋਂ ਪਟਨਾ ਤੋਂ ਦਾਨਾਪੁਰ ਤੋਂ ਇੱਕ ਟ੍ਰੇਨ ਚਲਾ ਦਿੱਤੀ ਕਿ ਤੁਸੀਂ ਆਪਦੇ ਜਿਹੜਾ ਪ੍ਰੋਡਕਸ਼ਨ ਆ ਬੰਬੇ ਲੈ ਜਾਓ। ਹੁਣ ਜਿਹੜਾ ਬੰਦਾ ਕਿਸਾਨੀ ਕਰਦਾ ਹੈ, ਆਪਾਂ ਪ੍ਰੈਕਟੀਕਲੀ ਇਸ ਚੀਜ਼ ਨੂੰ ਵੇਖੀਏ ਕਿ ਕੀ ਇਹ ਪੋਸੀਬਲ ਹੈਗਾ ਕਿ ਤੁਸੀਂ ਇੱਕ ਉੱਥੋਂ ਸਮਾਨ ਲੱਦ ਕੇ ਔਰ ਬੰਬੇ ਲਿਜਾ ਕੇ ਵੇਚ ਲਓ ਜਾਂ ਦਿੱਲੀ ਵੇਚ ਲਓ। ਕਹਿਣ ਦੇ ਵਿੱਚ ਸੁਣਨ 'ਚ ਸਭ ਚੀਜ਼ਾਂ ਬਹੁਤ ਵਧੀਆ ਲੱਗਦੀਆਂ। ਪੰਜਾਬ ਜਿਵੇਂ ਆਪਾਂ ਅਸੀਂ ਸਾਰੇ ਤੋਂ ਬਿਲੋਂਗ ਕਰਦੇ ਹਾਂ, ਵਿਦ ਦਾ ਟਾਈਮ ਜਿਹੜੇ ਫਾਰਮਰਸ ਛੋਟੇ ਹੁੰਦੇ ਰਹੇ, 2 ਕਿੱਲੇ 4 ਕਿੱਲੇ 5 ਕਿੱਲੇ, ਮਾਝਾ, ਅੰਮ੍ਰਿਤਸਰ ਡਿਸਟ੍ਰਿਕਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਇੱਥੇ ਫਾਰਮਰਸ ਬਹੁਤ ਛੋਟੇ ਆ। ਮਾਲਵੇ ਥੋੜ੍ਹੇ ਜ਼ਮੀਨ ਹੋਲਡਿੰਗ ਜ਼ਿਆਦਾ ਆ। ਉਹ ਫਾਰਮਰ ਜਦੋਂ ਫਸਲ ਬੀਜਦਾ ਵਾ, ਉਹ ਉਹਨੇ ਚਿਰ ਵਾਸਤੇ ਰਹਿੰਦੇ ਆ ਕਿ ਆਹ ਕਣਕ ਵੇਚੀ, ਕਣਕ ਦੇ ਇੰਨੇ ਪੈਸੇ ਆ ਜਾਣੇ, ਆਹ ਝੋਨਾ ਵੇਚਿਆ, ਝੋਨੇ ਦੇ ਇੰਨੇ ਪੈਸੇ ਆ ਜਾਣੇ ਆ। ਔਰ ਇੱਕ ਲਿਮਟ ਬਣੀ ਆ ਕਿ ਕਿੱਲੇ ਤੋਂ 20 ਕੁਇੰਟਲ ਕਣਕ ਨਿਕਲਣੀ ਜਾਂ 22 ਕੁਇੰਟਲ ਕਣਕ ਨਿਕਲਣੀ ਆ। ਮਿਨੀਮਮ ਸਪੋਰਟ ਪ੍ਰਾਈਸ ਮਿਲਦੀ ਆਸ ਹੁੰਦੀ ਸੀ ਕਿ ਸਾਨੂੰ 1500 ਰੁਪਏ ਨੂੰ ਕੁਇੰਟਲ ਵਿਕਣੀ ਆ, ਤਾਂ ਸਾਡੀ ਐਸਟੀਮੇਟਡ ਇਨਕਮ ਇੰਨੀ ਹੋ ਜਾਂਦੀ ਆ। ਸਾਡੇ ਸੈਲਰੀ ਵਾਂਗੂ ਨਹੀਂ, ਚਲੋ ਇੱਥੇ ਕੰਮ ਕਰਦੇ ਹਾਂ, ਹਫ਼ਤੇ ਬਾਅਦ ਪੈਸੇ ਮਿਲ ਜਾਂਦੇ ਆ, ਇੰਡੀਆ ਮਹੀਨੇ ਬਾਅਦ ਮਿਲਦੇ ਸੀ, ਕਿਸਾਨ ਨੂੰ 6 ਮਹੀਨੇ ਬਾਅਦ ਮਿਲਣੇ ਆ। ਤਾਂ ਫਿਰ ਵੀ ਉਹ ਉਸ ਹਿਸਾਬ ਨਾਲ ਚੱਲਦਾ ਸੀ ਤੇ ਆੜਤੀਏ ਤੋਂ ਆਪਣਾ ਲੈ ਕੇ ਤੇ ਦੇ ਯੂਜ਼ ਟੂ ਯੂਜ਼ ਇਟ। ਇਹ ਸਿਸਟਮ ਆ ਜਾਊਗਾ ਵਿਚ ਇਜ਼ ਰੋਂਗ। ਕਿਸਾਨ ਕਿਸੇ ਵੀ ਤਰ੍ਹਾਂ ਨਾਲ ਕਾਰਪੋਰੇਟ ਸੈਕਟਰ ਦੇ ਨਾਲ ਨਹੀਂ ਕੰਪੀਟ ਕਰ ਸਕਦੇ।